ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਪਿਉ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾਂ ਮੇਰੇ ਮਨ ਭਇਆ ਨਿਧਾਨਾ। ਰਤਨ ਲਾਲ ਜਾ ਕਾ ਕਛੂ ਨਾ ਮੋਲ ਭਰੇ ਭੰਡਾਰ ਅਖੂਟ ਅਤੋਲ। ਖਾਵੈ ਖਰਚੈ ਰਲ ਮਿਲ ਪਾਈ ਟੋਟ ਨ ਆਵੈ ਵਧਦੋ ਜਾਇ। ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਸਾਰੀਆਂ ਸੰਗਤਾਂ ਫਤਿਹ ਬੁਲਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਕੋਈ ਕਾਰਜ ਆਰੰਭਿਆ ਹੋਵੇ ਉਸ ਨੂੰ ਜਦੋਂ ਆਪਾਂ ਉਸ ਕਾਰਜ ਨੂੰ ਨੇਪਰੇ ਚਾੜ੍ਹਦੇ ਹਾਂ, ਸੰਪੂਰਨ ਕਰਦੇ ਹਾਂ, ਉਹਨੂੰ ਕਹਿੰਦੇ ਹਾਂ ਸੰਪੂਰਨਤਾ। ਸੋ ਅੱਜ ਆਪਾਂ ਸਾਰੀਆਂ ਸੰਗਤਾਂ ਰਲ ਮਿਲ ਕੇ ਸੰਪੂਰਨਤਾ ਦਿਵਸ ਮਨਾ ਰਹੀਆਂ ਸਾਰੀਆਂ ਸੰਗਤਾਂ। ਸੋ ਆਓ ਇਹਦੇ ਵਿੱਚ ਆਪਾਂ ਵਿਚਾਰ ਕਰੀਏ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬਾਣੀ ਹੈ ਸਾਡੇ ਵਾਸਤੇ ਕਿੰਨੀ ਜ਼ਰੂਰੀ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਬਾਣੀ ਦੇ ਵਿੱਚ ਸਾਨੂੰ ਸੇਧ ਬਖਸ਼ਿਸ਼ ਕੀਤੀ ਹੈ ਤੇ ਇਸ ਗੁਰਬਾਣੀ ਦੇ ਨਾਲ ਬੇਅੰਤ ਸੰਗਤਾਂ ਤਰ ਗਈਆਂ ਬਾਣੀ ਸਰਵਣ ਕਰਕੇ, ਬਾਣੀ ਪੜ੍ਹ ਸੁਣ ਕੇ। ਸੋ ਸਾਧ ਸੰਗਤ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਤੋਂ ਬਾਅਦ ਉਸ ਤੋਂ ਬਾਅਦ ਛੇਵੇਂ ਪਾਤਸ਼ਾਹ ਦੀ ਜਦੋਂ ਵਾਰੀ ਆਉਂਦੀ ਹੈ, ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਦੋ ਤਲਵਾਰਾਂ ਪਹਿਨ ਕੇ ਅਕਾਲ ਤਖਤ ਤੇ ਬਹਿੰਦੇ ਨੇ। ਅਕਾਲ ਤਖਤ ਇੱਕ ਰਕਸ਼ਾ ਦਾ ਕੇਂਦਰ ਬਣਾਇਆ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਨੇ। ਸਿੱਖਾ, ਜੇ ਤੂੰ ਇੱਥੇ ਇਹ ਪੁੱਛਣ ਕੋਈ ਵੀ ਮਜ਼ਹਬ ਦਾ ਆਵੇ, ਕੋਈ ਵੀ ਮਜ਼ਹਬ ਦਾ, ਕਿਸੇ ਵੀ ਮਜ਼ਹਬ ਦਾ ਇੱਥੇ ਆਵੇ ਪੁੱਛਣ ਵਾਸਤੇ ਇਹ ਆਵੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਬਾਰ ਕਿੱਧਰ ਹੈ, ਤਾਂ ਤੈਨੂੰ ਸਤਿਕਾਰ ਨਾਲ ਦੱਸਿਆ ਜਾਵੇ ਸਾਹਮਣੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਵਿੱਚ ਪ੍ਰਕਾਸ਼ ਹੈ। ਤੇ ਜੇ ਕੋਈ ਇਹ ਪੁੱਛਣ ਆਵੇ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰਸਤਾ ਦੱਸਣ ਆਇਆ, ਫਿਰ ਕਹਿਣ ਲੱਗੇ ਤੈਨੂੰ ਅਸੀਂ ਦਖਲ ਅੰਦਾਜ਼ੀ ਨਹੀਂ ਕਰਨ ਦੇਣੀ, ਅਸੀਂ ਦੋ ਤਲਵਾਰਾਂ ਪਹਿਨੀਆਂ ਨੇ। ਵਾਰੀ ਆਈ ਸਤਵੇਂ ਪਾਤਸ਼ਾਹ ਦੀ। ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਆਪਣੇ ਪੁੱਤ ਨੂੰ ਰਾਮ ਰਾਏ ਨੂੰ ਦਿੱਲੀ ਭੇਜਿਆ, ਦਿੱਲੀ ਔਰੰਗਜ਼ੇਬ ਦੇ ਕੋਲ ਭੇਜਿਆ ਨਾ, ਉਸ ਵੇਲੇ ਰਾਮ ਰਾਏ ਨੇ ਗੁਰਬਾਣੀ ਦੀ ਤੁਕ ਬਦਲ ਦਿੱਤੀ। ਜਿੱਥੇ ਮਿੱਟੀ ਮੁਸਲਮਾਨ ਕੀ ਪੇੜੈ ਪਈ ਕੁਮਿਆਰ, ਘੜ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ। ਜਦੋਂ ਇਹ ਤੁਕ ਬਦਲੀ ਤਾਂ ਜਦੋਂ ਗੁਰੂ ਰਾਮ ਰਾਏ ਦੀ ਇਹ ਕਹਾਣੀ ਗੁਰੂ ਹਰਿ ਰਾਏ ਸਾਹਿਬ ਸੱਚਵੇਂ ਪਾਤਸ਼ਾਹ ਨੂੰ ਪਤਾ ਲੱਗੀ, ਉਸੇ ਵੇਲੇ ਆਪਣੇ ਪੁੱਤ ਨੂੰ ਛੇਕ ਦਿੱਤਾ, ਆਪਣੇ ਘਰ ਤੋਂ ਕੱਢ ਦਿੱਤਾ। ਕਹਿਣ ਲੱਗੇ ਇਸ ਘਰ ਦੇ ਵਿੱਚ ਤੇਰੇ ਵਾਸਤੇ ਕੋਈ ਜਗ੍ਹਾ ਨਹੀਂ। ਵਾਰੀ ਆਈ ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਸੰਦੇਸ਼ ਦਿੱਤਾ ਕਿ ਇਸ ਘਰ ਦੇ ਵਿੱਚ ਉਮਰ ਦਾ ਤਕਾਜ਼ਾ ਨਹੀਂ, ਇੱਥੇ ਇਸ ਘਰ ਦੇ ਵਿੱਚ ਤਾਂ ਛੋਟੀ ਉਮਰਾਂ ਦੇ ਵੀ ਵੱਡੇ ਕਾਰਨਾਮੇ ਕਰਕੇ, ਵੱਡੀਆਂ ਪੁਲੰਘਾਂ ਪਾ ਕੇ, ਵੱਡੇ ਕਾਰਨਾਮੇ ਕਰਕੇ, ਵੱਡੀਆਂ ਗੱਲਾਂ ਕਰਕੇ, ਗੁਰੂ ਦੇ ਆਸੇ ਅਨੁਸਾਰ ਚੱਲ ਕੇ ਇਸ ਘਰ ਦੇ ਵਿੱਚ ਉਹ ਵੀ ਪ੍ਰਵਾਨ ਹੋ ਜਾਂਦੇ ਹਨ, ਭਾਵੇਂ ਉਹ ਫਿਰ ਕਿੰਨੀ ਕੁ ਉਮਰ ਦਾ, ਛੋਟੇ ਬੱਚੇ ਦੀ ਉਮਰ ਦਾ ਵੀ ਹੋਵੇ। ਉਸ ਤੋਂ ਬਾਅਦ ਫਿਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪਾਤਸ਼ਾਹ ਨੂੰ ਗੁਰਗੱਦੀ ਮਿਲੀ ਗੁਰੂ ਨਾਨਕ ਦੀ।
ਹੁਣ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਜਦੋਂ ਗੁਰਗੱਦੀ ਮਿਲੀ, ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੀ ਬਾਣੀ ਉਚਾਰਨ ਕੀਤੀ, ਜਿਸ ਦੇ ਵਿੱਚ 57 ਸ਼ਲੋਕ ਨੇ, ਜਿਹਨੂੰ ਆਪਾਂ ਭੋਗ ਦੇ ਸ਼ਲੋਕ ਕਹਿੰਦੇ ਆ, ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ। ਤੇ 59 ਸ਼ਲੋਕ, 59 ਸ਼ਬਦ ਨੇ, 57 ਸ਼ਲੋਕ, 59 ਸ਼ਬਦ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਉਚਾਰਨ ਕੀਤੇ। ਤੇ ਉਸ ਤੋਂ ਬਾਅਦ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਦੀ ਜਦੋਂ ਵਾਰੀ ਆਉਂਦੀ ਹੈ, ਕਲਗੀਧਰ ਪਾਤਸ਼ਾਹ ਜਦੋਂ 1675 ਈਸਵੀ ਵਿੱਚ ਗੁਰੂ ਨਾਨਕ ਦੀ ਗੁਰਗੱਦੀ ਤੇ ਸੁਭਾਏਮਾਨ ਹੁੰਦੇ ਹਨ, ਉਸ ਵੇਲੇ ਬੜੀਆਂ ਮਹਾਰਾਜ ਸੱਚੇ ਪਾਤਸ਼ਾਹ ਨੇ ਬਹੁਤ ਧਰਮ ਦੇ ਕਾਰਜ ਕੀਤੇ ਤੇ ਨਾਲ ਸਾਰਿਆਂ ਨੂੰ ਸਮਝਾਇਆ ਵੀ ਇਸ ਸੰਸਾਰ ਦੇ ਵਿੱਚ ਅਸੀਂ ਕਿਸ ਵਾਸਤੇ ਆਏ ਹਾਂ। ਧਰਮ ਚਲਾਵਨ ਸੰਤ ਉਬਾਰਨ, ਦੁਸ਼ਟ ਸਬਨ ਕੋ ਮੂਲ ਉਪਾਰਨ। ਇਹ ਡਿਊਟੀ ਪਰਮਾਤਮਾ ਨੇ ਸਾਡੀ ਲਾਈ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਉਹ ਸਾਰੇ ਕੰਮ ਕੀਤੇ, ਭਾਵੇਂ ਉਸ ਦੇ ਬਦਲੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣਾ ਸਰਬੰਸ ਹੀ ਕਿਉਂ ਨਾ ਵਾਰਨਾ ਪਿਆ ਹੋਏ, ਸਾਰਾ ਸਰਬੰਸ ਵਾਰ ਕੇ ਜੋ ਅਕਾਲ ਪੁਰਖ ਨੇ ਡਿਊਟੀ ਲਾਈ ਸੀ, ਉਸ ਡਿਊਟੀ ਨੂੰ ਪੂਰਾ ਕੀਤਾ। ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਨੇ ਉਸ ਤੋਂ ਬਾਅਦ ਜਦੋਂ ਜੰਗ ਯੁੱਧ ਲੜੇ, ਆਖਰੀ ਜੰਗ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੇ 1604 ਔਰ 1605 ਈਸਵੀ ਦੇ ਵਿੱਚ ਚਮਕੌਰ ਸਾਹਿਬ ਦਾ ਜੰਗ, ਮਾਛੀਵਾੜੇ ਦਾ ਜੰਗ, ਇਹ ਲੜਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੀ ਜਿੱਤ ਪ੍ਰਾਪਤ ਕਰਕੇ, ਭਾਵੇਂ ਕਿ ਸਾਹਿਬਜ਼ਾਦੇ ਉੱਥੇ ਸ਼ਹੀਦ ਹੋ ਗਏ ਸਨ, ਮਹਾਰਾਜ ਸੱਚੇ ਪਾਤਸ਼ਾਹ ਕਿੱਥੇ ਪਹੁੰਚੇ? ਮਾਛੀਵਾੜੇ ਦੇ ਜੰਗਲਾਂ ਦੇ ਵਿੱਚੋਂ ਨਿਕਲ ਕੇ ਸੱਚੇ ਪਾਤਸ਼ਾਹ ਜੀ ਉਸ ਧਰਤੀ ਤੇ ਪਹੁੰਚੇ, ਬਠਿੰਡੇ ਦੀ ਧਰਤੀ ਤੇ। ਉੱਥੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਦਮਦਮਾ ਸਾਹਿਬ ਪਹੁੰਚੇ, ਦਮਦਮਾ ਸਾਹਿਬ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਫਿਰ ਕੁਝ ਸਮਾਂ ਉੱਥੇ ਸਿੱਖਾਂ ਦੇ ਨਾਲ ਵਿਚਾਰ ਕਰਦੇ ਹਨ। ਇੱਕ ਦਿਨ ਸਿੰਘਾਂ ਸਿੰਘਣੀਆਂ ਸਿੱਖਾਂ ਨੇ ਪੁੱਛਿਆ, ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਸਾਡੇ ਤੇ ਇਹ ਕਿਰਪਾ ਕਰੋ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਨੂੰ ਅਰਥਾਂ ਸਮੇਤ ਪੜ੍ਹਾਓ। ਉਸ ਵੇਲੇ ਕੁਝ ਸਿੰਘਾਂ ਨੂੰ ਸੱਚੇ ਪਾਤਸ਼ਾਹ ਨੇ ਭੇਜਿਆ, ਕਹਿਣ ਲੱਗੇ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਤਿਆਰ ਕੀਤੇ ਸੀ, ਉਹ ਧੀਰ ਮੱਲੀਆਂ ਕੋਲ ਸਰੂਪ ਹੈ। ਕਹਿਣ ਲੱਗੇ ਫਿਰ ਤੁਸੀਂ ਇਸ ਤਰ੍ਹਾਂ ਕਰੋ, 5 ਸਿੰਘ ਜਾਓ, ਉਹ ਸਰੂਪ ਲੈ ਆਓ। ਤੇ ਦਮਦਮੇ ਸਾਹਿਬ ਤੋਂ 5 ਸਿੰਘ ਜਾਂਦੇ ਨੇ ਕਰਤਾਰਪੁਰ ਦੇ ਵਿਖੇ, ਜਿਹੜਾ ਜਲੰਧਰ ਦੇ ਵਿੱਚ ਕਰਤਾਰਪੁਰ ਹੈ, ਉੱਥੇ ਜਾਂਦੇ ਨੇ। ਤੇ ਜਦੋਂ ਧੀਰ ਮੱਲੀਆਂ ਕੋਲੋਂ ਸਰੂਪ ਦੀ ਮੰਗ ਕੀਤੀ ਵੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਮੰਗਵਾਏ ਨੇ, ਕਿਰਪਾ ਕਰਕੇ ਸਾਨੂੰ ਦੇਣਾ ਕਰੋ। ਉਸ ਵੇਲੇ ਧੀਰ ਮੱਲੀਆਂ ਨੇ ਜਵਾਬ ਦੇ ਦਿੱਤਾ, ਇਹ ਕਹਿ ਦਿੱਤਾ, ਉਹ ਤੁਸੀਂ ਗੁਰੂ ਗੋਬਿੰਦ ਸਿੰਘ ਨੂੰ ਸਮਰੱਥ ਗੁਰੂ ਸਮਝਦੇ ਹੋ, ਜੇ ਐਡਾ ਹੀ ਸਮਰੱਥ ਗੁਰੂ ਹੈ ਫਿਰ ਆਪਣੀ ਰਸਨਾ ਤੋਂ, ਆਪਣੀ ਜ਼ਬਾਨ ਤੋਂ ਗੁਰਬਾਣੀ ਕਿਉਂ ਨਾ ਉਚਾਰ ਲੈਂਦੇ? ਉਹ ਗੁਰਬਾਣੀ ਉਚਾਰਨ ਫਿਰ ਆਪ, ਜੇ ਐਡਾ ਸਮਰੱਥ ਗੁਰੂ ਹੈ ਤੁਹਾਡਾ। ਉਸ ਵੇਲੇ ਸ੍ਰੀ ਗੁਰੂ ਗੋਬਿੰਦ ਸਿੰਘ ਨੂੰ ਜਦੋਂ ਪਤਾ ਲੱਗਿਆ ਵੀ ਇਸ ਤਰ੍ਹਾਂ ਜਵਾਬ ਮਿਲ ਗਿਆ, ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਵੀ ਫਿਰ ਕਮਰ ਕਸਾ ਕਰ ਲਿਆ। ਤੇ ਜਦੋਂ ਬਾਬਾ ਦੀਪ ਸਿੰਘ ਸ਼ਹੀਦ ਦੀ ਡਿਊਟੀ ਲਾਈ ਵੀ ਤੂੰ ਕਲਮਾ ਘੜ, ਸਿਆਹੀ ਤਿਆਰ ਕਰ, ਤੇ ਭਾਈ ਸਾਹਿਬ ਭਾਈ ਮਣੀ ਸਿੰਘ ਦੀ ਡਿਊਟੀ, ਸ਼ਹੀਦ ਮਣੀ ਸਿੰਘ ਦੀ ਡਿਊਟੀ ਇਹ ਲਾਈ ਵੀ ਭਾਈ ਬਾਣੀ ਉਚਾਰਨ ਕਰਾਂਗੇ ਅਸੀਂ ਪਰਮੇਸ਼ਰ ਦੀ ਕਿਰਪਾ ਨਾਲ, ਤੁਸੀਂ ਬਾਣੀ ਲਿਖਣੀ ਹੈ। ਫਿਰ ਉਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਨੇ ਕੀ ਕੀਤਾ, ਜਿਹੜੀ ਸਭ ਤੋਂ ਬਾਅਦ ਮਹਾਰਾਜ ਨੇ ਮੁੰਦਾਵਣੀ ਤੇ ਭੋਗ ਪਾਇਆ ਸੀ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ, ਮੁੰਦਾਵਣੀ ਮਹੱਲਾ 5ਵਾਂ, ਥਾਲ ਵਿੱਚ 3 ਵਸਤੂ ਪਈਓ, 7 ਸੰਤੋਖ ਵਿਚਾਰੋ।
अमृत नाम ठाकुर का पयो जिसका सबसे आधारो, जे को खावे जे को भुंचै तिसका होए उधारो, ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰਾਖੋ ਰਤਾਰੋ, ਤਮ ਸੰਸਾਰ ਚਰਨ ਲਗ ਤਰੀਏ ਸਭ ਨਾਨਕ ਬ੍ਰਹਮ ਪਸਾਰੋ। ਇੱਥੇ ਸੱਚੇ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਤੇ ਇੱਕ ਇਹਨੂੰ ਮੁੰਦਾਵਨੀ ਨੂੰ ਕਹਿੰਦੇ ਨੇ ਮੋਹਰ। ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਉੱਥੇ ਮੋਹਰ ਲਾਈ ਸੀ ਵੀ ਇਸ ਨੂੰ ਕੋਈ ਖੋਲ ਨਹੀਂ ਸਕਦਾ ਗੁਰੂ ਤੋਂ ਬਿਨਾਂ। ਤੇ ਜਦੋਂ ਪਿਛਲੇ ਰਾਜੇ ਮਹਾਰਾਜੇ ਕਿਸੇ ਨੂੰ ਅਹਿਮ ਕੋਈ ਸ਼ਬਦ ਲਿਖ ਕੇ, ਅਹਿਮ ਚਿੱਠੀ ਲਿਖ ਕੇ ਕੋਈ ਚਿੱਠੀ ਭੇਜਦੇ ਸੀ ਨਾ, ਉਸ ਵੇਲੇ ਅਹਿਮ ਚਿੱਠੀ ਜਿਹੜੀ ਭੇਜਦੇ ਸੀ ਉਸ ਨੂੰ ਇੱਕ ਚਿੱਠੀ ਨੂੰ ਲਿਫਾਫੇ ਦੇ ਵਿੱਚ ਬੰਦ ਕਰਕੇ, ਫਿਰ ਉਸ ਨੂੰ ਕੱਪੜੇ ਦੇ ਵਿੱਚ ਬੰਦ ਕਰਕੇ, ਫਿਰ ਇੱਕ ਭਾਂਡੇ ਵਿੱਚ ਪਾ ਕੇ, ਫਿਰ ਉੱਪਰ ਕੱਪੜਾ ਚੜਾ ਕੇ ਉਸ ਤੇ ਕਾਲ ਖਿਲਾ ਕੇ ਇੱਕ ਮੋਹਰ ਲਾਉਂਦੇ ਸਨ ਵੀ ਆਹ ਰਾਜੇ ਦੀ ਚਿੱਠੀ ਹੈ। ਮੁੰਦਾਵਣੀ ਦੀ ਗੱਲ ਮੈਂ ਕਰ ਰਿਹਾ, ਮੁੰਦਾਵਣੀ ਦੀ ਗੱਲ ਕਰ ਰਹੇ ਹਾਂ। ਉਸ ਰਾਜੇ ਦੀ ਚਿੱਠੀ ਨੂੰ ਰਾਜਾ ਹੀ ਖੋਲ ਸਕਦਾ ਸੀ। ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਉਹ ਜਿਹੜੀ ਮੁੰਦਾਵਣੀ ਖੋਲ ਕੇ, ਕਿਉਂਕਿ ਗੁਰੂ ਦੀ ਚਿੱਠੀ ਗੁਰੂ ਖੋਲ ਸਕਦਾ ਨਾ, ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਮੁੰਦਾਵਣੀ ਨੂੰ ਖੋਲ ਕੇ ਉਸ ਤੋਂ ਬਾਅਦ 9ਵੇਂ ਪਾਤਸ਼ਾਹ ਦੇ 57 ਸ਼ਲੋਕ ਤੇ 59 ਸ਼ਬਦ ਦਰਜ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨੂੰ ਸੰਪੂਰਨ ਕੀਤਾ। ਸ਼ੁਰੂ ਤੋਂ ਲੈ ਕੇ ਬਾਣੀ ਉਚਾਰਨ ਇੱਕ ਓੰਕਾਰ ਤੋਂ ਲੈ ਕੇ 9ਵੇਂ ਪਾਤਸ਼ਾਹ ਦੀ ਬਾਣੀ ਵੀ ਲਿਖਵਾ ਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੂਰਨ ਕੀਤਾ। ਸੰਪੂਰਨ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਤਿਆਰ ਹੋ ਗਿਆ ਨਾ, ਤਿਆਰ ਹੋ ਕੇ ਫਿਰ ਸੱਚੇ ਪਾਤਸ਼ਾਹ ਨੇ ਕੀ ਕੀਤਾ ਤੇ ਸਿੱਖ ਪੰਥ ਨੂੰ ਇੱਕ ਹੁਕਮ ਕਰ ਦਿੱਤਾ। ਇਹ ਕਾਰਜ ਮਹਾਰਾਜ ਨੇ 9.5 ਮਹੀਨਿਆਂ ਦੇ ਵਿੱਚ ਸੰਪੂਰਨ ਕੀਤਾ ਦਮਦਮਾ ਸਾਹਿਬ ਦੀ ਧਰਤੀ ਤੇ। ਉਸ ਤੋਂ ਬਾਅਦ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਪੰਥ ਖਾਲਸਾ ਨੂੰ ਇੱਕ ਗੱਲ ਦੱਸੀ। ਕਹਿਣ ਲੱਗੇ, ਖਾਲਸਾ ਜੀ ਤੁਹਾਡੇ ਤੇ ਮੈਂ ਖੁਸ਼ ਹਾਂ, ਮੈਂ ਤੁਹਾਨੂੰ ਹਰ ਇੱਕ ਅਧਿਕਾਰ ਦੇ ਸਕਦਾ, ਹਰ ਇੱਕ ਤੁਹਾਨੂੰ ਮੈਂ ਅਧਿਕਾਰ ਦੇ ਸਕਦਾ। ਜੇ ਤੁਸੀਂ ਮੈਨੂੰ ਹੁਕਮ ਕਰਦੇ ਹੋ, ਦਾਦੂ ਦੀ ਸਮਾਧ ਤੇ ਮੈਂ ਸਿਰ ਝੁਕਾ ਦਿੱਤਾ ਤੇ ਉੱਥੇ ਜਦੋਂ ਤੁਸੀਂ ਹੁਕਮ ਕਰਦੇ ਹੋ ਉੱਥੇ ਮੈਨੂੰ ਤੁਸੀਂ ਤਨਖਾਹ ਲੈਂਦੇ ਹੋ, ਮੈਨੂੰ ਮਨਜ਼ੂਰ ਹੈ। ਜਦੋਂ ਚਮਕੌਰ ਦੀ ਗੜੀ ਦੇ ਵਿੱਚ ਜੰਗ ਲੜਦੇ ਵੇਲੇ ਪੰਥ ਖਾਲਸਾ ਮੈਨੂੰ ਹੁਕਮ ਕਰਦਾ ਹੈ ਤਾਂ ਮੈਂ ਉੱਥੇ ਤੁਹਾਡਾ ਹੁਕਮ ਮੰਨ ਕੇ ਚਲਾ ਜਾਂਦਾ ਹੈ। ਸਾਰੇ ਹੁਕਮ ਮੰਨਣ ਨੂੰ ਮੈਂ ਤੁਹਾਡੇ ਤਿਆਰ ਹਾਂ, ਪਰ ਇੱਕ ਜਿਹੜਾ ਹੁਕਮ ਮੈਂ ਤੁਹਾਡਾ ਨਹੀਂ ਮੰਨਣਾ, ਇੱਕ ਜਿਹੜੀ ਗੱਲ ਹੈ ਮੈਂ ਆਪਣੇ ਕੋਲ ਸੀਮਤ ਰੱਖਣੀ ਹੈ। ਉਹ ਕਿਹੜੀ? ਕਿ ਮੈਂ ਤੈਨੂੰ ਇਹ ਅਧਿਕਾਰ ਨਹੀਂ ਦੇ ਸਕਦਾ ਵੀ ਕੱਲ ਕਲਾਰ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਕਹੋ ਵੀ ਮੁੰਦਾਵਣੀ ਖੋਲ ਕੇ ਅਸੀਂ ਉਹਦੇ ਵਿੱਚ ਕੋਈ ਘਾਟਵਾਦ ਅੱਖਰ ਵਾਧਾ ਘਾਟਾ ਕਰ ਦਈਏ, ਉਹ ਮੈਂ ਤੁਹਾਨੂੰ ਕਰਨ ਨਹੀਂ ਦੇਣਾ। ਇਹ ਅਧਿਕਾਰ ਮੈਂ ਪੰਥ ਖਾਲਸਾ ਨੂੰ ਨਹੀਂ ਦਿੰਦਾ, ਬਾਕੀ ਮੈਂ ਅਧਿਕਾਰ ਦੇ ਕੇ ਤੁਹਾਨੂੰ ਚੱਲਿਆ। ਇਹ ਗੱਲ ਪੰਥ ਖਾਲਸਾ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਦੱਸ ਦਿੱਤੀ। ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਸਰੂਪ ਤਿਆਰ ਕਰ ਰਹੇ ਸੀ ਨਾ, ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ, ਉਸ ਵੇਲੇ ਸਿੰਘਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਨਾਲ ਨਾਲ ਪੜ੍ਹਾਇਆ ਤੇ ਨਾਲ ਨਾਲ ਹੀ ਉਹਦੇ ਅਰਥ ਕੀਤੇ। ਤੇ ਅਰਥਾਂ ਸਮੇਤ ਕੁਝ ਸਿੰਘਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਬਾਣੀ ਪੜ੍ਹਾਈ ਤੇ ਅਰਥਾਂ ਸਮੇਤ ਬਾਣੀ ਪੜ੍ਹਾਈ। ਤੇ ਜਿਹੜੇ ਸਿੰਘਾਂ ਨੂੰ ਇਹ ਪੜ੍ਹਾਈ ਸੀ ਨਾ ਬਾਣੀ, ਉਹ ਸਾਰੇ ਹੀ ਬੇਦੇਹ ਮੁਕਤ ਹੋ ਗਏ, ਕਿਉਂਕਿ ਇਹ ਬਾਣੀ ਹੈ ਨਾ ਜੀ, ਜਿਨ੍ਹਾਂ ਨੇ ਇਹ ਬਾਣੀ ਸੁਣੀ ਹੈ। ਇਹ ਸਰਬਨੋ ਮੇਰੇ ਉਹ ਸੱਚ ਸੁਣਨ ਨੂੰ ਪਠਾਏ, ਸੱਚ ਸੁਣਨ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਇਹ ਕੰਨ ਤਾਂ ਸੁਣਨ ਵਾਸਤੇ ਲਾਏ ਨੇ ਨਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਸਮਝਾਇਆ ਵੀ ਜਿਹੜੀ ਬਾਣੀ ਤੁਸੀਂ ਸਰਵਣ ਕਰਦੇ ਹੋ, ਪੜ੍ਹਦੇ ਹੋ, ਇਸ ਬਾਣੀ ਪੜ੍ਹਨ ਦਾ ਮਹੱਤਵ ਇਹ ਹੈ ਤੁਸੀਂ ਇਸ ਭਵਜਲ ਤੋਂ ਪਾਰ ਹੋ ਜਾਓਗੇ, ਇਸ ਸੰਸਾਰ ਦੇ ਵਿੱਚੋਂ ਪਾਰ ਹੋ ਜਾਓਗੇ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਤਰ੍ਹਾਂ ਕਰਕੇ ਬਾਣੀ ਲਿਖਵਾਈ
ਬਾਣੀ ਭਾਈ ਮਣੀ ਸਿੰਘ ਜੀ ਨੇ ਲਿਖੀ ਤੇ ਉਸ ਗੁਰੂ ਗ੍ਰੰਥ ਸਾਹਿਬ ਨੂੰ ਸੰਪੂਰਨ ਕੀਤਾ। ਇਸ ਨੂੰ ਆਪਾਂ ਕਹਿੰਦੇ, ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪੂਰਨਤਾ ਦਿਵਸ ਮਨਾ ਰਹੇ ਹਾਂ। ਇਹ ਅੱਜ ਆਪਾਂ ਸੰਪੂਰਨਤਾ ਦਿਵਸ ਮਨਾ ਰਹੇ ਹਾਂ। ਫਿਰ ਉਸ ਤੋਂ ਬਾਅਦ ਮਹਾਰਾਜ ਸੱਚੇ ਪਾਤਸ਼ਾਹ ਨੇ ਬੜੀ ਕਿਰਪਾ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਡੇ ਕੋਲ ਹੈ। ਉਹ ਬਾਣੀ, ਜਿਸ ਬਾਣੀ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰੂ ਦਾ ਦਰਜਾ ਦਿੱਤਾ, ਗੁਰੂ ਦਾ ਦਰਜਾ ਦੇ ਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਆਪ ਹੁਣ ਵਿਅਕਤੀਗਤ ਨਿਕਲ ਗਈ ਵਿੱਚੋਂ। ਹੁਣ ਕੀ ਰਹਿ ਗਿਆ? ਸ਼ਬਦ ਰਹਿ ਗਿਆ। ਜਿਹੜਾ ਸ਼ਬਦ ਗੁਰੂ ਨਾਨਕ ਸਾਹਿਬ ਜੀ ਨੇ ਬੋਲਿਆ ਸੀ ਨਾ, ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ, ਪਾਪ ਕੀ ਜੰਜ ਲੈ ਕਾਬਲੋਂ ਧਾਇਆ ਜੋਰੀ ਮੰਗੈ ਦਾਨ ਵੇ ਲਾਲੋ, ਸਰਮ ਧਰਮ ਦੋਏ ਛਪ ਖਲੋਏ ਕੂੜ ਫਿਰੈ ਪ੍ਰਧਾਨ ਵੇ ਲਾਲੋ। ਉਹ ਜਿਹੜਾ ਸ਼ਬਦ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਨੇ ਉਚਾਰਿਆ ਸੀ, ਅੱਜ ਉਸ ਨੂੰ ਸੰਪੂਰਨਤਾ ਦਿੱਤੀ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਨੇ। ਇਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਪੂਰਨ ਕੀਤੇ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਤੇ ਇੱਥੇ ਹੀ ਬਸ ਨਹੀਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬਾਣੀ ਹੈ ਨਾ, ਅੱਜ ਪੜ੍ਹ ਕੇ ਅਸੀਂ ਆਪਣਾ ਪਾਰ ਉਤਾਰਾ ਕਰਦੇ ਹਾਂ। ਇਹ ਸੱਚਖੰਡ ਵਾਲੀ ਬਾਣੀ ਹੈ, ਇਹ ਕਿਸੇ ਵਿਅਕਤੀ ਦੀ ਬਾਣੀ ਨਹੀਂ। ਸੱਚਖੰਡ ਵਾਲੀ ਗੁਰੂਆਂ ਦੀ ਬਾਣੀ, ਦਸਾਂ ਪਾਤਸ਼ਾਹੀਆਂ ਦੀ ਜੋਤ ਹੈ। ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਵਿੱਚ ਹੁਣ ਰਲਾਵਟ ਵਾਲੀ ਬਾਣੀ ਨਹੀਂ ਰਹਿ ਗਈ। ਇਹ ਹੁਣ ਸਹੀ ਸੱਚੀ ਬਾਣੀ। ਤੇ ਮਹਾਰਾਜ ਨੇ ਤੇ ਗੁਰੂ ਅਮਰਦਾਸ ਜੀ ਨੇ ਮਹਾਰਾਜ ਸੱਚੇ ਪਾਤਸ਼ਾਹ ਨੇ ਤੇ ਸਾਨੂੰ ਦੱਸ ਦਿੱਤਾ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰ ਬਾਝੋਂ ਹੋਰ ਕੱਚੀ ਬਾਣੀ। ਕਹਦੇ ਕੱਚੇ ਸੁਣਦੇ ਕੱਚੇ, ਕੱਚੀ ਆਂਖ ਵਕਾਣੀ। ਉਹ ਕੱਚੀ ਬਾਣੀ ਸਾਰੀ ਕੱਢ ਕੇ ਹੁਣ ਪੱਕੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਹਰ ਜਗ੍ਹਾ ਤੇ ਜਿਹੜਾ ਪ੍ਰਕਾਸ਼ਵਾਨ ਹੈ, ਉਹ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਨੇ ਭਾਈ ਮਣੀ ਸਿੰਘ ਤੋਂ ਲਿਖਵਾਇਆ। ਤੇ ਭਾਈ ਮਣੀ ਸਿੰਘ ਨੇ ਲਿਖਿਆ। ਫਿਰ ਉਹਦਾ ਉਤਾਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਨੇ ਵੀ ਉਤਾਰਾ ਕੀਤਾ। ਤੇ ਗੁਰਬਾਣੀ ਹੁਣ ਅੱਜ ਪੜ੍ਹ ਸੁਣ ਕੇ ਇੱਥੇ ਹੀ ਬਸ ਨਹੀਂ, ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਨੇ ਸਾਨੂੰ ਇਹ ਵੀ ਆਗਿਆ ਕੀਤੀ, ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਲੈ। ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਦੱਸਿਆ, ਤੁਹਾਨੂੰ ਆਗਿਆ ਕੀਤੀ ਜਾਂਦੀ ਹੈ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੀ ਜੋਤ ਵਿੱਚ ਜੋਤ ਮਿਲਾਈ ਨਾ, ਉਸ ਵੇਲੇ ਆਗਿਆ ਕੀਤੀ, ਗੁਰੂ ਕੇ ਸਿੱਖੋ ਸਿੰਘੋ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਹੀ ਮੰਨਣਾ। ਅੱਜ ਤੋਂ ਬਾਅਦ ਤੁਹਾਡਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ। ਉਸ ਤੋਂ ਬਾਅਦ ਸਿੰਘਾਂ ਨੇ ਜੋ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਦੱਸ ਗਏ ਨੇ, ਹੂਬਹੂ ਉਸੇ ਤਰ੍ਹਾਂ ਉਸ ਰਸਤੇ ਤੇ ਚੱਲਦੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੀ ਪੜ੍ਹਦੇ ਨੇ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੀ ਸੁਣਦੇ ਹਨ। ਜਿਵੇਂ ਆਪਾਂ ਨੇ ਸ਼ਬਦ ਸਰਵਣ ਕੀਤਾ ਨਾ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ, ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨਾ। ਜਦੋਂ ਵੱਡੇ ਗੁਰੂਆਂ ਦੀ ਬਾਣੀ ਖਜ਼ਾਨਾ ਖੋਲ ਕੇ ਦੇਖਿਆ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ, ਕਹਿਣ ਲੱਗੇ ਮੇਰਾ ਅੰਦਰ ਗਦ-ਗਦ ਹੋ ਗਿਆ। ਉਹ ਖਜ਼ਾਨਾ ਜਦੋਂ ਮੈਂ ਦੇਖਿਆ, ਮੇਰਾ ਅੰਦਰੋਂ ਖੁਸ਼ ਹੋ ਗਿਆ। ਮੈਂ ਉਹ ਬਾਣੀ ਪੜ੍ਹ ਕੇ ਫਿਰ ਮੈਨੂੰ ਪਤਾ ਲੱਗਿਆ ਵੀ ਰਤਨ ਲਾਲ ਜਾਂ ਕਾ ਕਛੂ ਨਾ ਮੋਲ। ਇਹ ਤੇ ਰਤਨਾ ਲਾਲਾਂ ਤੋਂ ਵੀ ਮਹਿੰਗੀ ਬਾਣੀ ਹੈ। ਇਹਦਾ ਕੋਈ ਕੌਣ ਮੁੱਲ ਪਾ ਸਕਦਾ? ਇਹਦਾ ਕੋਈ ਮੁੱਲ ਨਹੀਂ ਪਾ ਸਕਦਾ, ਕਿਉਂਕਿ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਇਸ ਬਾਣੀ ਦੇ ਲੜ ਲਾਇਆ। ਰਤਨ ਲਾਲ ਜਾਂ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ, ਖਾਵੈ ਖਰਚੈ ਰਲ ਮਿਲ ਭਾਈ, ਟੋਟ ਨਾ ਆਵੈ ਵੱਧੋ ਜਾਈ। ਇਹਨੂੰ ਜਿੰਨਾ ਕੋਈ ਪੜ੍ਹੇਗਾ, ਜਿੰਨਾ ਕੋਈ ਇਸ ਨੂੰ ਸੁਣੇਗਾ, ਕਹਿਣ ਲੱਗੇ ਉਸ ਨੂੰ ਕਿਸੇ ਚੀਜ਼ ਦਾ ਘਾਟਾ ਨਹੀਂ ਆਉਣਾ, ਟੋਟ ਨਹੀਂ ਆਣੀ, ਉਹਦੇ ਵਿੱਚ ਗਿਆਨ ਦਾ ਵਾਧਾ ਹੋਣਾ ਹੈ।
ਗਿਆਨ ਦਾ ਵਾਧਾ ਹੋਣਾ ਹੈ। ਤੇ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਵੀ ਦੱਸਿਆ ਵੀ ਗਿਆਨ ਕੀ ਹੈ। ਮਹਾਰਾਜ ਨੇ ਦੱਸਿਆ ਵੀ ਸਾਨੂੰ ਗਿਆਨ ਹੈ ਕੀ, ਗਿਆਨ ਬਾਰੇ ਵੀ ਸੱਚੇ ਪਾਤਸ਼ਾਹ ਨੇ ਸਾਨੂੰ ਦੱਸਿਆ। ਗਿਆਨ ਕਹਿਣ ਲੱਗੇ ਆਵਾਜ਼ ਤਾਂ ਮਾਰੀ ਸ਼ਬਦ ਦੀ, ਆਵਾਜ਼ ਦਿੱਤੀ ਸ਼ਬਦ ਦੀ। ਹੁਣ ਸ਼ਬਦ ਦੀ ਆਵਾਜ਼ ਤਾਂ ਆ ਗਈ, ਪਰ ਸ਼ਬਦ ਦੀ ਆਵਾਜ਼ ਸਾਨੂੰ ਤਾਂ ਪਤਾ ਲੱਗੇਗਾ, ਉਹਦਾ ਗਿਆਨ ਤਾਂ ਹੋਵੇਗਾ ਜਦੋਂ ਅਸੀਂ ਸ਼ਬਦ ਨੂੰ ਪੜ੍ਹਾਂਗੇ, ਜਦੋਂ ਸ਼ਬਦ ਨੂੰ ਸੁਣਾਂਗੇ। ਉਸ ਵੇਲੇ ਸਾਨੂੰ ਗਿਆਨ ਹੋਣਾ ਹੈ ਵੀ ਵਾਕਈ ਗੁਰੂ ਗ੍ਰੰਥ ਸਾਹਿਬ ਜੀ ਨੇ ਜੋ ਆਵਾਜ਼ ਮਾਰੀ, ਦਸਾਂ ਪਾਤਸ਼ਾਹੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਆਵਾਜ਼ ਮਾਰੀ ਹੈ ਨਾ, ਉਹ ਆਵਾਜ਼ ਵਾਕਈ ਗਿਆਨ ਵਾਲੀ ਹੈ। ਜਦੋਂ ਉਸ ਆਵਾਜ਼ ਨੂੰ ਸੁਣਾਂਗੇ ਤਾਂ ਹੀ ਪਤਾ ਲੱਗੇਗਾ, ਤਾਂ ਹੀ ਗਿਆਨ ਹੋਵੇਗਾ। ਗਿਆਨ ਇੱਕ ਵੱਖਰੀ ਗੱਲ ਹੈ, ਆਵਾਜ਼ ਸੁਣਨੀ ਇੱਕ ਵੱਖਰੀ ਗੱਲ ਹੈ। ਸੋ ਇਸ ਤਰ੍ਹਾਂ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਨੇ ਸਾਡੇ ਤੇ ਬਹੁਤ ਵੱਡਾ ਪਰ ਉਪਕਾਰ ਕਰਕੇ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਗਏ ਨੇ। ਤੇ ਅੱਜ ਅਸੀਂ ਸੰਪੂਰਨਤਾ ਦਿਵਸ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਮਨਾ ਰਹੇ ਨੇ। ਇਹਨੂੰ ਆਪਾਂ ਕਹਿੰਦੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪੂਰਨਤਾ ਦਿਵਸ, ਕਿਉਂਕਿ ਜਿਹੜੀ ਬਾਣੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਰਹਿ ਗਈ ਸੀ ਉਹ ਵੀ ਵਿੱਚ ਚੜਾਉਣਾ ਕੀਤੀ। 6ਵੇਂ 7ਵੇਂ 8ਵੇਂ ਪਾਤਸ਼ਾਹ ਨੇ ਬਾਣੀ ਉਚਾਰਨ ਨਹੀਂ ਕੀਤੀ, 10ਵੇਂ ਪਾਤਸ਼ਾਹ ਨੇ ਬਾਣੀ ਉਚਾਰਨ, 10ਮ ਗ੍ਰੰਥ ਬਣਾਇਆ, ਉਹਨਾਂ ਨੇ ਉਚਾਰਨ ਨਹੀਂ ਕੀਤੀ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ 9ਵੇਂ ਪਾਤਸ਼ਾਹ ਦੀ ਬਾਣੀ ਵਿੱਚ ਦਰਜ ਕਰਕੇ ਉਸ ਗੁਰੂ ਗ੍ਰੰਥ ਸਾਹਿਬ ਨੂੰ ਸੰਪੂਰਨ ਕੀਤਾ। ਇਸ ਨੂੰ ਆਪਾਂ ਸੰਪੂਰਨ ਦਿਵਸ ਕਹਿੰਦੇ ਹਾਂ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਸਾਧ ਸੰਗਤ ਹੋਈਆਂ ਭੁੱਲਾਂ ਦੀ ਮੁਆਫੀ ਜੀ। ਗੱਜ ਵੱਜ ਕੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੋਜ਼ਾਨਾ ਨਿਤਨੇਮ ਅੰਮ੍ਰਿਤਮਈ ਬਾਣੀ ਕਥਾ ਕੀਰਤਨ ਢਾਡੀ ਵਾਰਾਂ ਸਰਵਣ ਕਰਨ ਲਈ ਸਬਸਕ੍ਰਾਈਬ ਕਰੋ YouTube ਚੈਨਲ ਗਲੋਬਲ ਗੁਰਬਾਣੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਤੇ ਕਲਿੱਕ ਕਰੋ।